ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ। ਨਜ਼ਰ ਮਾਰਦੇ ਹਾਂ ਖਬਰਾਂ ਉੱਪਰ। ਸਿੱਖ ਪੱਤਰਕਾਰ ਨੂੰ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ। ਜੀ ਹਾਂ, ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮੁੱਦਾ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਅੰਗਦ ਸਿੰਘ, ਜੋ ਕਿ ਅਮਰੀਕਾ ਦੇ ਨਾਲ ਸੰਬੰਧਿਤ ਇੱਕ ਪੱਤਰਕਾਰ ਹੈ, ਅਮਰੀਕਾ ਦਾ ਸਿਟੀਜ਼ਨ ਹੈ, ਫਲਾਈਟ ਫੜ ਕੇ ਉਹ ਦਿੱਲੀ 에ਅਰਪੋਰਟ ਦੇ ਉੱਪਰ ਆਇਆ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਜੋ ਮੁਲਾਕਾਤ ਕਰਨ ਵਾਸਤੇ ਅੰਗਦ ਸਿੰਘ ਆਇਆ, ਉਸਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਣ ਨਹੀਂ ਦਿੱਤਾ। 3 ਘੰਟੇ ਦੇ ਅੰਦਰ ਹੀ ਉਸਨੂੰ ਡਿਪੋਰਟ ਕਰ ਦਿੱਤਾ ਗਿਆ। ਹੁਣ ਪਰਿਵਾਰਕ ਮੈਂਬਰ ਵੀ ਲਗਾਤਾਰ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ। ਪੰਜਾਬੀ ਸਿੱਖ ਪੱਤਰਕਾਰ ਨੂੰ ਡਿਪੋਰਟ ਕੀਤਾ ਗਿਆ। ਜੀ ਹਾਂ, ਇਸ ਪੱਤਰਕਾਰ ਨੂੰ ਦਿੱਲੀ 에ਅਰਪੋਰਟ ਤੋਂ ਡਿਪੋਰਟ ਕੀਤਾ ਗਿਆ, ਜੋ ਕਿ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਵਾਸਤੇ ਆਇਆ ਸੀ। ਜਾਣਕਾਰੀ ਮੁਤਾਬਕ ਯੂਐਸ ਸਿਟੀਜ਼ਨ ਅਤੇ ਪੱਤਰਕਾਰ ਜੋ ਕਿ ਅਮਰੀਕਾ ਦੇ ਮੀਡੀਆ ਨਾਲ ਜੁੜਿਆ ਹੋਇਆ ਹੈ, ਉਸ ਨੂੰ ਦਿੱਲੀ 에ਅਰਪੋਰਟ ਤੋਂ ਹੀ ਡਿਪੋਰਟ ਕਰ ਦਿੱਤਾ ਗਿਆ। ਹੁਣ ਪਰਿਵਾਰਕ ਮੈਂਬਰਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੰਗਦ ਸਿੰਘ ਦਿੱਲੀ 에ਅਰਪੋਰਟ ਤੇ 8:30 ਤੇ ਸ਼ਾਮ ਵੇਲੇ ਲੈਂਡ ਹੋਇਆ ਤੇ 3 ਘੰਟਿਆਂ ਦੇ ਅੰਦਰ ਹੀ ਉਸ ਨੂੰ ਵਾਪਸ ਡਿਪੋਰਟ ਕਰ ਦਿੱਤਾ ਗਿਆ। ਪਰਿਵਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਅੰਗਦ ਸਿੰਘ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਆਇਆ ਸੀ, ਪਰ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਅਜੇ ਤੱਕ ਉਹਨਾਂ ਵੱਲੋਂ ਸਪਸ਼ਟ ਨਹੀਂ ਕੀਤਾ ਕਿ ਅੰਗਦ ਸਿੰਘ ਨੂੰ ਡਿਪੋਰਟ ਕਿਉਂ ਕੀਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਅੰਗਦ ਸਿੰਘ ਵੱਲੋਂ ਸਾਊਥ ਏਸ਼ੀਆ ਕਵਰ ਕੀਤਾ ਜਾਂਦਾ ਹੈ ਤੇ ਉਸ ਵੱਲੋਂ ਸ਼ਾਹੀਨ ਬਾਗ ਪ੍ਰੋਟੈਸਟ ਨੂੰ ਲੈ ਕੇ ਡਾਕੂਮੈਂਟਰੀ ਬਣਾਈ ਗਈ ਸੀ। ਹੁਣ ਜੋ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ, ਉਸ ਤੋਂ ਬਾਅਦ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਇਸ ਬਾਰੇ ਬੋਲੇ ਹਨ। ਦੱਸ ਦਈਏ ਕਿ ਗੁਰਮੀਤ ਕੌਰ ਖੁਦ ਵੀ ਰਾਈਟਰ ਹਨ ਤੇ ਉਹਨਾਂ ਨੇ ਫੇਸਬੁੱਕ ਦੇ ਉੱਪਰ ਆਪਣੇ ਬੇਟੇ ਵਾਸਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਅੱਜ ਮੇਰਾ ਬੇਟਾ, ਜੋ ਕਿ ਅਮਰੀਕਨ ਸਿਟੀਜ਼ਨ ਹੈ, ਉਹ 18 ਘੰਟਿਆਂ ਦੀ ਫਲਾਈਟ ਲੈ ਕੇ ਦਿੱਲੀ ਪਹੁੰਚਿਆ, ਪਰ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ ਹੈ। ਇਸ ਵਾਸਤੇ ਉਸ ਨੂੰ ਕੋਈ ਵੀ ਕਾਰਨ ਨਹੀਂ ਦਿੱਤਾ ਗਿਆ। ਡੌਂਕੀ ਲਗਾ ਰਹੇ ਬੱਚਿਆਂ ਨਾਲ ਹਾਦਸਾ ਵਾਪਰਿਆ। 2 ਬੱਚਿਆਂ ਦੀ ਜਾਨ ਚਲੀ ਗਈ ਅਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਬੱਚੇ ਪਰਿਵਾਰਕ ਮੈਂਬਰਾਂ ਨਾਲ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਵੇਲੇ ਇਹ ਹਾਦਸਾ ਵਾਪਰਿਆ। ਅਧਿਕਾਰੀਆਂ ਵੱਲੋਂ ਹੁਣ ਇਸ ਬਾਰੇ ਡਿਟੇਲ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਸਥਿਤੀ ਦੇ ਬਾਰੇ ਜਾਣੂ ਕਰਵਾਇਆ ਕਿ ਇਹ ਮਾਮਲਾ ਕਿਸ ਤਰ੍ਹਾਂ ਇੱਥੋਂ ਸਾਹਮਣੇ ਆਇਆ। ਅਮਰੀਕਾ ਦੀ ਡੌਂਕੀ ਲਗਾਉਣ ਵੇਲੇ ਹਾਦਸਾ ਵਾਪਰਿਆ ਹੈ, ਜਿਸ ਵਿੱਚ 2 ਬੱਚਿਆਂ ਦੀ ਜਾਨ ਚਲੀ ਗਈ ਅਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹਨਾਂ ਵੱਲੋਂ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਵੇਲੇ ਇਹ ਹਾਦਸਾ ਵਾਪਰਿਆ। ਦੱਸ ਦਈਏ ਕਿ ਅਮਰੀਕਾ ਦਾ ਬਾਰਡਰ ਪਾਰ ਕਰਨ ਵਾਲਿਆਂ ਦਾ ਅੰਕੜਾ ਹੁਣ ਕੁਝ ਮਹੀਨਿਆਂ ਦੌਰਾਨ ਕਾਫੀ ਵੱਡਾ ਦਰਜ ਕੀਤਾ ਗਿਆ। ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ, ਜਿੱਥੇ ਬਾਰਡਰ ਪਾਰ ਕਰਨ ਵੇਲੇ ਹਾਦਸਾ ਵਾਪਰਿਆ, ਜਿਸ ਵਿੱਚ 2 ਬੱਚਿਆਂ ਦੀ ਮੌਤ ਹੋ ਗਈ ਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ 3 ਸਾਲ ਦੇ ਬੱਚੇ ਦੀ ਮੌਤ ਹੋ ਗਈ ਤੇ 2 ਮਹੀਨਿਆਂ ਦੀ ਬੱਚੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹਨਾਂ ਨੂੰ ਅਧਿਕਾਰੀਆਂ ਵੱਲੋਂ ਪਾਣੀ ਵਿੱਚੋਂ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਹ ਸਾਰੇ ਇੱਕ ਗਰੁੱਪ ਨਾਲ ਸਨ, ਜਿਨ੍ਹਾਂ ਵੱਲੋਂ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। 3 ਸਾਲ ਦੇ ਬੱਚੇ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦਕਿ ਇੱਕ ਹੋਰ ਬੱਚੇ ਨੂੰ ਸੇਨ ਓਨਟਾਰੀਓ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੈਕਸੀਕੋ ਦੇ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਦਾ ਕਹਿਣਾ ਹੈ ਕਿ 5 ਸਾਲ ਦੀ ਇੱਕ ਹੋਰ ਬੱਚੀ ਵੀ ਪਾਣੀ ਵਿੱਚ ਡੁੱਬ ਗਈ, ਜੋ ਕਿ ਟੈਕਸਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਇੱਕ ਸਟੇਟਮੈਂਟ ਦੇ ਵਿੱਚ ਦੱਸਿਆ ਗਿਆ ਕਿ ਇਸ ਬੱਚੀ ਦੀ ਮਾਂ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਸੀ, ਪਰ ਅਚਾਨਕ ਪਾਣੀ ਦਾ ਬਹਾਅ ਇੰਨਾ ਜ਼ਿਆਦਾ ਸੀ ਕਿ ਉਸ ਦੀ ਬੱਚੀ ਉਸ ਦੇ ਹੱਥਾਂ 'ਚੋਂ ਛੁੱਟ ਗਈ। ਫਿਰ ਅਧਿਕਾਰੀਆਂ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਜਾਣਕਾਰੀ ਦਿੱਤੀ ਹੈ, ਜੋ ਤੁਹਾਡੇ ਨਾਲ ਇਸ ਖਬਰ ਵਿੱਚ ਸਾਂਝੀ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਉਹ ਮੁਆਫੀ ਨਹੀਂ ਮੰਗਣਗੇ। ਇਸ ਬਾਰੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ, ਜਿੱਥੇ ਉਹਨਾਂ ਨੇ ਵਿਦਿਆਰਥੀਆਂ ਦਾ ਜੋ ਲੋਨ ਮਾਫ ਕਰਨ ਵਾਸਤੇ ਯੋਜਨਾ ਲਿਆਂਦੀ, ਉਸ ਦਾ ਇੱਕ ਵਾਰ ਫਿਰ ਤੋਂ ਜ਼ਿਕਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਅਮਰੀਕਨਸ ਵਾਸਤੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ। ਜੋ ਬਾਈਡਨ ਵੱਲੋਂ ਕਿਹਾ ਗਿਆ ਕਿ ਉਹ ਕਦੇ ਵੀ ਮੁਆਫੀ ਨਹੀਂ ਮੰਗਣਗੇ। ਉਹਨਾਂ ਦਾ ਕਹਿਣਾ ਹੈ ਕਿ ਉਹ ਵਰਕਿੰਗ ਅਮਰੀਕਨਸ ਤੇ ਮਿਡਲ ਕਲਾਸ ਵਾਸਤੇ ਜੋ ਮਦਦ ਕਰ ਰਹੇ ਨੇ, ਉਸ ਸੰਬੰਧੀ ਮੁਆਫੀ ਨਹੀਂ ਮੰਗਣਗੇ।
ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਕਰਜ਼ਾ ਮੁਆਫ ਕਰਨ ਸੰਬੰਧੀ ਜੋ ਯੋਜਨਾ ਲਿਆਂਦੀ ਗਈ, ਇਸ ਬਾਰੇ ਵੀ ਜੋ ਬਾਈਡਨ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਹੈ ਰਾਸ਼ਟਰਪਤੀ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। I believe my plan is responsible and fair. It focuses the benefit on middle class and working families. It helps both current and future borrowers and will fix a badly broken system. And these actions build on my administration's effort to make college more affordable in the first place. It includes unprecedented investments, nearly $6 billion in historic black colleges and universities, much of which is focused on pandemic relief to help students cover tuition and other costs so they could stay in school. ਪਹਿਲਾਂ ਦੇ ਮੁਕਾਬਲੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਘੱਟ ਹੋਣ ਲੱਗੇ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਪੂਰੇ ਵਿਸ਼ਵ ਦੇ ਵਿੱਚ ਵੀ ਇਸ ਤਰ੍ਹਾਂ ਵੇਖਣ ਨੂੰ ਆ ਰਿਹਾ ਹੈ, ਜਿੱਥੇ ਪਹਿਲਾਂ ਦੇ ਮੁਕਾਬਲੇ ਇਹਨਾਂ ਕੇਸਿਸ ਦੇ ਵਿੱਚ ਹੁਣ ਗਿਰਾਵਟ ਦਰਜ ਕੀਤੀ ਗਈ। ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਦੀ ਵਿਸ਼ਵ ਵਿੱਚ ਇਸ ਸਮੇਂ ਕੀ ਸਥਿਤੀ ਹੈ, ਇਸ ਨਾਲ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਣੂ ਕਰਵਾਇਆ ਗਿਆ। WHO ਦਾ ਕਹਿਣਾ ਹੈ ਕਿ ਹੁਣ ਪਹਿਲਾਂ ਦੇ ਮੁਕਾਬਲੇ ਇਹਨਾਂ ਕੇਸਿਸ ਵਿੱਚ 21% ਦੀ ਗਿਰਾਵਟ ਵਿਸ਼ਵ ਵਿੱਚ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ UN ਹੈਲਥ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਹਫ਼ਤੇ ਵਿੱਚ 5,907 ਮਾਮਲੇ 2 ਦੇਸ਼ਾਂ ਵਿੱਚ ਦਰਜ ਕੀਤੇ ਗਏ। ਇਹ ਰਿਪੋਰਟ ਉਹਨਾਂ ਵੱਲੋਂ ਈਰਾਨ ਅਤੇ ਇੰਡੋਨੇਸ਼ੀਆ ਬਾਰੇ ਜਾਰੀ ਕੀਤੀ ਗਈ ਹੈ, ਜਿੱਥੇ ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਦੇ ਨਾਲ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ 98 ਦੇਸ਼ਾਂ ਵਿੱਚ ਹੁਣ ਤੱਕ ਇਸ ਵਾਇਰਸ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆ ਚੁੱਕੇ ਨੇ। ਵਿਸ਼ਵ ਵਿੱਚ ਜੋ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ, ਉਸ ਵਾਸਤੇ ਅਮਰੀਕਾ ਦਾ ਯੋਗਦਾਨ 60% ਦਾ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਇਹ ਅੰਕੜਾ ਯੂਰਪ ਵਾਸਤੇ 38% ਦਾ ਸਾਂਝਾ ਕੀਤਾ ਗਿਆ। ਹੁਣ ਵਿਸ਼ਵ ਸਿਹਤ ਸੰਗਠਨ ਦਾ ਇਸ ਬਾਰੇ ਹੋਰ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। The number of weekly reported cases fell by more than 20% globally. Although new cases increased in the Americas, where we are counting to see intense transmission. In the early stages of the outbreak, most reported cases were in Europe, with a smaller proportion in the Americas. That has now reversed, with less than 40% of reported cases in Europe and 60% in the Americas. There are signs that the outbreak is slowing in Europe, where a combination of effective public health measures, behavior change, and vaccination are helping to prevent transmission. However, in Latin America in particular, insufficient awareness or public health measures are combining with a lack of access to vaccines to fan the flames of the outbreak. Yesterday, the manufacturer of one vaccine, Bavarian Nordic, signed an agreement with WHO's regional office for the Americas to support access to its vaccine in Latin America and to support access to its vaccine in Latin America and the Caribbean. We thank the Bavarian Nordic for this agreement, and we hope that it will help to bring the outbreak under control in the region. WHO continues to encourage all countries to establish vaccine effectiveness studies to ensure data collection, even while enhancing access. ਅਮਰੀਕਾ ਵਿੱਚ ਪਹਿਲਾਂ ਦੇ ਮੁਕਾਬਲੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਘੱਟ ਹੋਏ ਨੇ। ਇੱਥੇ ਕੀ ਸਥਿਤੀ ਬਣੀ ਹੋਈ ਹੈ ਮੌਂਕੀਪੌਕਸ ਵਾਇਰਸ ਦੀ, ਇਸ ਬਾਰੇ ਡਿਟੇਲ ਦਿੱਤੀ ਗਈ। ਕਿਹੜੀ ਥਾਂ ਦੇ ਉੱਪਰ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਅਮਰੀਕਾ ਵਿੱਚ ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਦਾ ਕੀ ਅੰਕੜਾ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਥਾਵਾਂ ਤੇ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਅਮਰੀਕਾ ਦੇ ਕਈ ਸੂਬਿਆਂ ਵੱਲੋਂ ਇਸ ਤਰ੍ਹਾਂ ਦੇ ਐਲਾਨ ਕੀਤੇ ਗਏ ਤੇ ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ ਥਾਂ ਦੇ ਉੱਪਰ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਪਹਿਲਾਂ ਦੇ ਮੁਕਾਬਲੇ ਇਹਨਾਂ ਵਾਇਰਸ ਦੇ ਮਾਮਲਿਆਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਵਿੱਚ ਇਸ ਅੰਦਰ 25% ਦੀ ਗਿਰਾਵਟ ਬਾਰੇ ਦੱਸਿਆ ਗਿਆ। ਡਿਸਟ੍ਰਿਕਟ ਆਫ ਕੋਲੰਬੀਆ ਵਿੱਚ 402, ਨਿਊਯਾਰਕ ਵਿੱਚ 3038, ਜਾਰਜੀਆ ਵਿੱਚ 1240, ਕੈਲੀਫੋਰਨੀਆ ਵਿੱਚ 3068, ਇਲੀਨੋਇਸ ਵਿੱਚ 983, ਫਲੋਰੀਡਾ ਵਿੱਚ 1669, ਮੈਰੀਲੈਂਡ ਵਿੱਚ 447, ਨਿਊ ਜਰਸੀ ਵਿੱਚ 450, ਟੈਕਸਸ ਵਿੱਚ 1374, ਵਾਸ਼ਿੰਗਟਨ ਵਿੱਚ 328, ਨੇਵਾਡਾ ਵਿੱਚ 124, ਐਰੀਜ਼ੋਨਾ ਵਿੱਚ 269, ਰੋਡ ਆਈਲੈਂਡ ਦੇ ਉੱਪਰ 40, ਪੈਂਸਿਲਵੇਨੀਆ ਵਿੱਚ 451,
ਲੁਜ਼ੀਆਨਾ ਵਿੱਚ 155, ਵਰਜੀਨੀਆ ਵਿੱਚ 284, ਕੋਲੋਰਾਡੋ ਵਿੱਚ 199, ਪੋਰਟੋਰੀਕੋ ਵਿੱਚ 90, ਯੂਟਾ ਵਿੱਚ 99, ਨਾਰਥ ਕੈਰੋਲੀਨਾ ਵਿੱਚ 265, ਇੰਡੀਆਨਾ ਵਿੱਚ 137, ਟੈਨੇਸੀ ਵਿੱਚ 139, ਮਿਨੀਸੋਟਾ ਵਿੱਚ 106, ਸਾਊਥ ਕੈਰੋਲੀਨਾ ਵਿੱਚ 94, ਮਿਸ਼ੀਗਨ ਵਿੱਚ 145, ਨਿਊ ਹੈਂਪਸ਼ਾਇਰ ਵਿੱਚ 17, ਹਾਇਓ ਵਿੱਚ 146, ਨਿਬਰਾਸਕਾ ਵਿੱਚ 23, ਅਲਾਬਾਮਾ ਵਿੱਚ 53, ਹਵਾਈ 'ਚ 15, ਨਿਊ ਮੈਕਸੀਕੋ ਵਿੱਚ 21, ਵਿਸਕੌਨਸਿਨ ਵਿੱਚ 56, ਅਰਕਾਨਸਸ ਵਿੱਚ 24, ਮਿਸਿਸਿਪੀ ਵਿੱਚ 23, ਓਕਲਾਹੋਮਾ ਵਿੱਚ 22, ਕੈਂਟਕੀ ਵਿੱਚ 24, ਨਾਰਥ ਡਕੋਟਾ ਵਿੱਚ 4, ਲੋਵਾ ਵਿੱਚ 16, ਅਲਾਸਕਾ 'ਚ 3, ਵੈਰਮੌਂਟ ਵਿੱਚ 2, ਸਾਊਥ ਡਕੋਟਾ ਵਿੱਚ 2, ਵੈਸਟ ਵਰਜੀਨੀਆ ਵਿੱਚ 4, ਮੌਂਟਾਨਾ ਵਿੱਚ 2, ਵਾਇਓਮਿੰਗ ਵਿੱਚ 1, ਕੈਂਸਸ ਵਿੱਚ 4 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇੱਕ ਬੱਚੇ ਨੇ ਖੁਦ ਨੂੰ ਗਲਤੀ ਨਾਲ ਹੀ ਗੋਲੀ ਮਾਰ ਲਈ। ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਦੇ ਹੋਰ ਕਾਰਨ ਪਤਾ ਲਗਾਏ ਜਾ ਸਕਣ। 3 ਸਾਲ ਦੇ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਿਸ ਨੇ ਗਲਤੀ ਨਾਲ ਖੁਦ ਨੂੰ ਹੀ ਗੋਲੀ ਮਾਰ ਲਈ। ਇਹ ਮਾਮਲਾ ਫਲੋਰੀਡਾ ਨਾਲ ਸੰਬੰਧਿਤ ਦੱਸਿਆ ਗਿਆ, ਜਿੱਥੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ 3 ਸਾਲ ਦੇ ਬੱਚੇ ਨੇ ਗਲਤੀ ਨਾਲ ਖੁਦ ਨੂੰ ਹੀ ਗੋਲੀ ਮਾਰ ਲਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਇਹ ਹਾਦਸਾ 5:57 ਦੇ ਕਰੀਬ ਬੁੱਧਵਾਰ ਵਾਲੇ ਦਿਨ ਵਾਪਰਿਆ, ਜਿੱਥੇ ਇੱਕ ਛੋਟੇ ਬੱਚੇ ਨੂੰ ਹਥਿਆਰ ਮਿਲ ਗਿਆ ਜੋ ਕਿ ਲੋਡਡ ਸੀ। ਫਿਰ ਗਲਤੀ ਨਾਲ ਇਸ ਬੱਚੇ ਦੇ ਖੁਦ ਦੇ ਹੀ ਗੋਲੀ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਕੇਸ ਵਿੱਚੋਂ ਬੱਚੇ ਦੇ ਹੱਥ ਹਥਿਆਰ ਲੱਗਾ, ਉਸ ਨੂੰ ਬੰਦ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 2 ਹੋਰ ਮਾਈਨਰਸ ਵੱਲੋਂ ਵੀ ਇਸ ਘਟਨਾ ਨੂੰ ਦੇਖਿਆ ਗਿਆ। 3 ਸਾਲ ਦੇ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਸ ਵੇਲੇ ਗਲਤੀ ਨਾਲ ਉਸਨੇ ਖੁਦ ਤੇ ਗੋਲੀ ਚਲਾ ਲਈ, ਪਰ ਬਾਅਦ ਦੇ ਵਿੱਚ ਉਸ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ ਤਾਂ ਕਿ ਇਸ ਘਟਨਾ ਦੇ ਬਾਰੇ ਹੋਰ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਜਿਸ ਬੱਚੇ ਦੀ ਮੌਤ ਹੋਈ ਹੈ, ਉਸ ਪੀੜਤ ਬੱਚੇ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ। ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।